ਅੱਤਵਾਦ ਦੇ ਦੌਰਾਨ 30,000 ਦੇ ਕਰੀਬ ਲੋਕ ਸ਼ਹੀਦ ਹੋਏ। ਉਹਨਾਂ ਪਰਿਵਾਰਾਂ ਬਾਰੇ ਤੁਸੀਂ ਕੀ ਸੋਚਿਆ? ਕੀ ਸਿਰਫ ਕਾਂਗਰਸ ਦੇ 3 ਪਰਿਵਾਰ ਸ਼ਹੀਦ ਹੋਏ ਸਨ? 3 ਪਰਿਵਾਰਾਂ ਨੂੰ ਨੌਕਰੀ ਦੇ ਕੇ 30-35 ਸਾਲ ਪੁਰਾਣੇ ਜ਼ਖਮਾਂ ਨੂੰ ਕੁਰੇਦ ਕੇ ਉਹਨਾਂ ਤੇ ਨਮਕ ਲਗਾਉਣ ਦਾ ਕੰਮ ਕੀਤਾ। ਪੰਜਾਬ ਦੇ ਵਿੱਚ ਅੱਤਵਾਦ 'ਚ ਸ਼ਹਾਦਤ ਦੇਣ ਵਾਲਾ ਹਰ ਵਿਅਕਤੀ ਇਹਦੇ ਵਾਸਤੇ ਹੱਕਦਾਰ ਹੈ। ਕੰਪੈਸ਼ਨੇਟ ਗਰਾਊਂਡ ਦੇ ਉੱਤੇ ਨੌਕਰੀ ਉਦੋਂ ਦਿੱਤੀ ਜਾਂਦੀ ਹੈ ਕਿ ਜਦੋਂ ਘਰ ਦਾ ਜੀ ਕੋਈ ਮਰ ਜਾਂਦਾ ਹੈ ਔਰ ਪਿੱਛੋਂ ਉਹਦੇ ਘਰ ਦਾ ਲਾਲਨ ਪਾਲਨ ਨਹੀਂ ਹੋ ਪਾਉਂਦਾ। ਫਤਿਹ ਜੰਗ ਸਿੰਘ ਬਾਜਵਾ ਜੀ ਕਿੰਨੇ ਕੁ ਵਿਚਾਰੇ ਲਾਚਾਰ ਨੇ, ਤੁਸੀਂ ਸਾਰੇ ਜਾਣਦੇ ਹੋ। ਉਹਨਾਂ ਦਾ ਬੇਟਾ ਜੋ ਸੁਣਨ ਚ ਆ ਰਿਹਾ ਹੈ ਕਿ ਆਪ ਹੀ 3-4 ਕਰੋੜ ਦੀ ਗੱਡੀ 'ਚ ਘੁੰਮਦਾ। ਕਿਸਾਨ ਜਥੇਬੰਦੀਆਂ ਜਿਹੜੇ ਲੀਡਰ ਬੈਠੇ ਨੇ ਉੱਥੇ, ਉਹ ਯਸਨੋ ਤੋਂ ਬਾਹਰ ਹੀ ਨਹੀਂ ਆਉਣ ਨੂੰ ਤਿਆਰ। ਖੁੱਲੇ ਮਨ ਨਾਲ ਗੱਲ ਕਰਨ ਨੂੰ ਤਿਆਰ ਹੈ। ਤੁਸੀਂ ਵੀ ਖੁੱਲੇ ਮਨ ਨਾਲ ਗੱਲ ਕਰੋ ਔਰ ਯਸਨੋ ਦੇ ਗੇਟ 'ਚੋਂ ਬਾਹਰ ਆਓ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਭਰਤ ਸ਼ਰਮਾ ਤੇ ਤੁਸੀਂ ਵੇਖ ਰਹੇ ਹੋ ਦ ਸਮਰ ਨਿਊਜ਼। ਬੀਤੇ ਦਿਨੋਂ ਪੰਜਾਬ ਸਰਕਾਰ ਵੱਲੋਂ ਇੱਕ ਵੱਡਾ ਫੈਸਲਾ ਲਿੱਤਾ ਗਿਆ ਸੀਗਾ। 2 ਵਿਧਾਇਕਾਂ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕਰ ਦਿੱਤਾ ਗਿਆ ਸੀਗਾ। ਤਾਂ ਤੁਹਾਨੂੰ ਦੱਸ ਦਈਏ ਕਿ ਇੱਕ ਜਿਹੜੇ ਵਿਧਾਇਕ ਸੀਗੇ ਲੁਧਿਆਣੇ ਤੋਂ ਰਾਕੇਸ਼ ਪਾਂਡੇ, ਉਹਨਾਂ ਦੇ ਜਿਹੜੇ ਮੁੰਡੇ ਸੀ ਉਹਨਾਂ ਨੂੰ ਨਾਇਬ ਤਹਿਸੀਲਦਾਰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਹੁਣ ਜਿਹੜੀ ਵਿਰੋਧੀ ਪਾਰਟੀਆਂ ਵੱਲੋਂ ਵੀ ਧਰਨੇ ਪ੍ਰਦਰਸ਼ਨ ਕਰਨੇ ਸ਼ੁਰੂ ਕਰ ਦਿੱਤੇ ਗਏ ਨੇ। ਬੀਤੇ ਦਿਨ ਹੀ ਯੂਥ ਅਕਾਲੀ ਦਲ ਵੱਲੋਂ ਵੀ ਰਾਕੇਸ਼ ਪਾਂਡੇ ਜੀ ਦੇ ਘਰ ਲੱਡੂਆਂ ਲੈ ਕੇ ਪਹੁੰਚੇ ਸੀਗੇ ਤਾਂ ਮੰਗ ਕਰਦੇ ਸੀਗੇ ਉਹ ਜਿਹੜਾ ਸਰਕਾਰੀ ਨੌਕਰੀ ਉਹਨਾਂ ਦੇ ਮੁੰਡੇ ਨੂੰ ਮਿਲੀ ਹੈ ਉਹ ਵਾਪਸ ਕਰ ਦਿੱਤੀ ਜਾਣ। ਤੇ ਅੱਜ ਵੀ ਲੋਕ ਇਨਸਾਫ ਪਾਰਟੀ ਯੂਥ ਵਿੰਗ ਤੇ ਸਟੂਡੈਂਟ ਵਿੰਗ ਵੱਲੋਂ ਵੀ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਤੇ ਹੁਣ ਬੀਜੇਪੀ ਵੀ ਮੋਹਰੇ ਹੋ ਕੇ ਅੱਗੇ ਆ ਗਈ ਹੈ ਤੇ ਬੀਜੇਪੀ ਵੱਲੋਂ ਵੀ ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ ਵਿੱਚ ਪੋਸਟਰ ਲਾ ਦਿੱਤੇ ਗਏ ਨੇ। ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਨੌਕਰੀ ਲੈ ਕੇ। ਸਰ, ਪੋਸਟਰ ਲੈ ਗਏ ਨੇ, ਕੀ ਹੈ ਪੋਸਟਰ ਵਿੱਚ? ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਪਿਛਲੇ ਦਿਨੀ ਪੰਜਾਬ ਸਰਕਾਰ ਨੇ ਆਪਣੇ 2 ਵਿਧਾਇਕ ਰਾਕੇਸ਼ ਪਾਂਡੇ ਜੀ ਦੇ ਬੇਟੇ ਨੂੰ ਨਾਇਬ ਤਹਿਸੀਲਦਾਰ ਔਰ ਫਤਿਹ ਜੰਗ ਸਿੰਘ ਬਾਜਵਾ ਕਾਦੀਆਂ ਤੋਂ ਵਿਧਾਇਕ ਨੇ ਜਿਹੜੇ, ਉਹਨਾਂ ਦੇ ਬੇਟੇ ਨੂੰ ਇੰਸਪੈਕਟਰ ਪੁਲਿਸ ਦੇ ਤੌਰ ਤੇ ਨਿਯੁਕਤੀ ਦੇ ਆਰਡਰ ਕੀਤੇ ਨੇ ਕੈਬਨਿਟ ਨੇ। ਇਹ ਦੋਨਾਂ ਦੀ ਨਿਯੁਕਤੀ ਟੋਟਲੀ ਅਸੰਵਿਧਾਨਿਕ, ਅਲੋਕਤਾਂਤਰਿਕ ਔਰ ਅਨੈਤਿਕ ਹੈ। ਇਹਨਾਂ ਨੂੰ ਨੌਕਰੀ ਦਿੱਤੀ ਗਈ ਕੰਪੈਸ਼ਨੇਟ ਗਰਾਊਂਡ ਦੇ ਉੱਤੇ ਕਿ ਇਹਨਾਂ ਬੱਚਿਆਂ ਦੇ ਦਾਦਾ ਜਿਹੜੇ ਹੈਗੇ ਨੇ ਉਸ ਵੇਲੇ ਅੱਤਵਾਦ ਵੇਲੇ ਸ਼ਹਾਦਤ ਪ੍ਰਾਪਤ ਕੀਤੀ ਸੀ 34 ਸਾਲ ਪਹਿਲਾਂ। ਉਸ ਵੇਲੇ ਬੱਚੇ ਪੈਦਾ ਵੀ ਨਹੀਂ ਸੀ ਹੋਏ। ਮੈਂ ਪੁੱਛਣਾ ਚਾਹੁੰਦਾ, ਕੰਪੈਸ਼ਨੇਟ ਗਰਾਊਂਡ ਦੇ ਉੱਤੇ ਨੌਕਰੀ ਕਦੋਂ ਦਿੱਤੀ ਜਾਂਦੀ ਹੈ? ਕੈਪਟਨ ਸਾਹਿਬ ਇਹ ਪੰਜਾਬ ਦੀ ਜਨਤਾ ਨੂੰ ਜਿਹੜਾ ਦੱਸਣਗੇ। ਕੰਪੈਸ਼ਨੇਟ ਗਰਾਊਂਡ ਦੇ ਉੱਤੇ ਨੌਕਰੀ ਉਦੋਂ ਦਿੱਤੀ ਜਾਂਦੀ ਹੈ ਕਿ ਜਦੋਂ ਘਰ ਦਾ ਜੀ ਕੋਈ ਮਰ ਜਾਂਦਾ ਹੈ ਔਰ ਪਿੱਛੋਂ ਉਹਦੇ ਘਰ ਦਾ ਲਾਲਨ ਪਾਲਨ ਨਹੀਂ ਹੋ ਪਾਉਂਦਾ। ਉਸ ਤਰਸ ਦੇ ਆਧਾਰ ਦੇ ਉੱਤੇ ਉਸ ਪਰਿਵਾਰ ਨੂੰ ਇੱਕ ਜੀ ਨੂੰ ਨੌਕਰੀ ਦੇਣ ਦਾ ਸਰਕਾਰ ਦਾ ਪ੍ਰਾਵਧਾਨ ਹੁੰਦਾ। ਫਤਿਹ ਜੰਗ ਸਿੰਘ ਬਾਜਵਾ ਜੀ ਕਿੰਨੇ ਕੁ ਵਿਚਾਰੇ ਲਾਚਾਰ ਨੇ, ਤੁਸੀਂ ਸਾਰੇ ਜਾਣਦੇ ਹੋ। ਉਹਨਾਂ ਦਾ ਬੇਟਾ ਜੋ ਸੁਣਨ ਚ ਆ ਰਿਹਾ ਹੈ ਕਿ ਆਪ ਹੀ 3-4 ਕਰੋੜ ਦੀ ਗੱਡੀ 'ਚ ਘੁੰਮਦਾ, ਜਿਹਨੂੰ ਇੰਸਪੈਕਟਰ ਦੀ ਤੁਸੀਂ ਨੌਕਰੀ ਦੇ ਰਹੇ ਹੋ। ਰਾਕੇਸ਼ ਪਾਂਡੇ ਜੀ 6 ਵਾਰ ਤੋਂ ਵਿਧਾਇਕ ਨੇ। ਉਹ ਕਿੰਨੇ ਕੁ ਵਿਚਾਰੇ ਲਾਚਾਰ ਨੇ, ਇਹ ਤੁਸੀਂ ਦੇਖ ਲਓ। 6 ਵਾਰ ਦੀ ਤਾਂ ਪੈਨਸ਼ਨ ਹੀ ਇੰਨੀ ਹੋ ਜਾਂਦੀ, ਫਿਰ MP ਦੀ MLA ਦੀ ਤਨਖਾਹ ਵੀ ਅਲੱਗ ਹੈ। ਸੋ ਕਿਹੜੀ ਲਾਚਾਰੀ ਸੀਗੀ? ਹਾਂ, ਇਹ ਲਾਚਾਰੀ ਸੀਗੀ ਕੈਪਟਨ ਸਾਹਿਬ ਨੂੰ ਕੁਰਸੀ ਬਚਾਉਣ ਦੀ। ਕੈਪਟਨ ਸਾਹਿਬ ਨੇ ਇਹ ਸੌਦਾ ਕੀਤਾ ਆਪਣੀ ਕੁਰਸੀ ਬਚਾਉਣ ਦਾ। ਮੈਂ ਪੁੱਛਣਾ ਚਾਹੁੰਦਾ ਕੈਪਟਨ ਸਾਹਿਬ, ਅੱਤਵਾਦ ਦੇ ਦੌਰਾਨ 30,000 ਦੇ ਕਰੀਬ ਲੋਕ ਸ਼ਹੀਦ ਹੋਏ। ਉਹਨਾਂ ਪਰਿਵਾਰਾਂ ਬਾਰੇ ਤੁਸੀਂ ਕੀ ਸੋਚਿਆ? ਕੀ ਸਿਰਫ ਕਾਂਗਰਸ ਦੇ 3 ਪਰਿਵਾਰ ਸ਼ਹੀਦ ਹੋਏ ਸਨ? ਭਾਰਤੀ ਜਨਤਾ ਪਾਰਟੀ ਦੇ ਉਸ ਵੇਲੇ ਦੇ ਅਧਿਕਸ਼ ਸ਼੍ਰੀ ਹਿਤਬਲਾਸ਼ੀ ਜੀ, ਖੁਸ਼ੀ ਰਾਮ ਸ਼ਰਮਾ ਜੀ, ਤਰਸੇਮ ਸਿੰਘ ਬਹਾਰ, ਹਰਬੰਸ ਲਾਲ ਖੰਨਾ, ਇਸ ਤਰ੍ਹਾਂ ਸੈਂਕੜੋਂ ਲੋਕ ਨੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾਵਾਂ ਨੇ ਸ਼ਹਾਦਤ ਦਿੱਤੀ ਔਰ ਹੋਰ ਵੀ ਪੋਲੀਟੀਕਲ ਪਾਰਟੀਆਂ ਜਾਂ ਸਮਾਜ ਦੇ ਲੋਕਾਂ ਨੇ ਉਸ ਵੇਲੇ ਦੇਸ਼ ਦੀ ਔਰ ਏਕਤਾ ਦੀ ਅਖੰਡਤਾ ਵਾਸਤੇ ਆਪਣੀ ਸ਼ਹਾਦਤ ਦਿੱਤੀ ਸੀ। ਤੁਸੀਂ ਅੱਜ ਇਹ 3 ਪਰਿਵਾਰਾਂ ਨੂੰ ਨੌਕਰੀ ਦੇ ਕੇ 30-35 ਸਾਲ ਪੁਰਾਣੇ ਜ਼ਖਮਾਂ ਨੂੰ ਕੁਰੇਦ ਕੇ ਉਹਨਾਂ ਤੇ ਨਮਕ ਲਗਾਉਣ ਦਾ ਕੰਮ ਕੀਤਾ ਉਹਨਾਂ ਪਰਿਵਾਰਾਂ ਨੇ। ਜੇ ਤੁਸੀਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਨੌਕਰੀ ਦੇਣੀ ਸੀ, ਉਹਦੀ ਕੋਈ ਪਾਲਿਸੀ ਬਣਾਉਂਦੇ ਔਰ ਸਭ ਨੂੰ ਇਕੁਅਲ ਓਪਰਚੁਨਿਟੀ ਦਿੰਦੇ। ਇਹ ਕਿਹੜਾ ਤਰੀਕਾ ਹੋਇਆ? ਬੈਕਡੋਰ ਤੋਂ ਤੁਸੀਂ ਆਪਣੇ ਕੁਰਸੀ ਬਚਾਉਣ ਵਾਸਤੇ ਆਪਣੇ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇ ਦਿਓ। ਇਹ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਔਰ ਭਾਰਤੀ ਜਨਤਾ ਪਾਰਟੀ ਇਹਦਾ ਕੜਾ ਵਿਰੋਧ ਕਰਦੀ ਹੈ ਔਰ ਤੁਹਾਨੂੰ ਅਪੀਲ ਕਰਦੀ ਹੈ ਕਿ ਆਪਣੇ ਜਿਸ ਕਦਮ ਨੂੰ ਵਾਪਸ ਲਓ। ਸ੍ਰੀ ਸਾਹਿਬ, ਬੀਤੇ ਦਿਨ ਹੀ ਪਾਂਡੇ ਸਾਹਿਬ ਨਾਲ ਸਾਡੀ ਗੱਲਬਾਤ ਹੋਈ ਸੀ। ਅਸੀਂ ਪੁੱਛਿਆ ਸੀਗਾ
ਕਿ ਪੰਜਾਬ ਮਤਲਬ ਤੁਹਾਡੀ ਕੈਪਟਨ ਅਮਰਿੰਦਰ ਸਿੰਘ ਨਾਲ ਕੋਈ ਨਾਰਾਜ਼ਗੀ ਤੇ ਨਹੀਂ ਹੈ, ਜਾਂ ਫਿਰ ਉਹਨੇ ਤਰਸ ਦੇ ਆਧਾਰ ਤੇ ਨੌਕਰੀ ਦਿੱਤੀ? ਤਦ ਉਹਨਾਂ ਨੇ ਕਿਹਾ ਸੀਗਾ ਕਿ ਕੋਈ ਮੇਰੀ ਨਾਰਾਜ਼ਗੀ ਨਹੀਂ ਆ, ਤਰਸ ਦਾ ਮੈਨੂੰ ਪਤਾ ਨਹੀਂ, ਪਰ ਅਸੀਂ ਹੱਕਦਾਰ ਸੀਗੇ। ਕੀ ਲੱਗਦਾ? ਜੇ ਪਾਂਡੇ ਸਾਹਿਬ ਨੇ ਕਿਹਾ ਹੱਕਦਾਰ, ਮੈਂ ਉਹਨਾਂ ਦੀ ਇਸ ਗੱਲ ਨੂੰ ਡਿਸਪਿਊਟ ਨਹੀਂ ਕਰਦਾ, ਪਰ ਮੈਂ ਇਹ ਪੁੱਛਦਾ ਕਿ ਇਕੱਲੇ ਪਾਂਡੇ ਸਾਹਿਬ ਔਰ ਫਤਿਹਜੰਗ ਸਿੰਘ ਬਾਜਵਾ ਜਾਂ ਬੇਅੰਤ ਸਿੰਘ ਦੇ ਪੋਤਰੇ ਹੀ ਹੱਕਦਾਰ ਨੇ? ਮੇਰਾ ਪ੍ਰਸ਼ਨ ਇਹ ਹੈ ਕਿ ਪੰਜਾਬ ਦੇ ਵਿੱਚ ਅੱਤਵਾਦ 'ਚ ਸ਼ਹਾਦਤ ਦੇਣ ਵਾਲਾ ਹਰ ਵਿਅਕਤੀ ਇਹਦੇ ਵਾਸਤੇ ਹੱਕਦਾਰ ਹੈ। ਸਾਨੂੰ ਪੰਜਾਬ ਸਰਕਾਰ, ਕੈਪਟਨ ਅਮਰਿੰਦਰ ਸਿੰਘ ਇਹ ਦੱਸਣ ਕਿ ਉਹਨਾਂ ਲੋਕਾਂ ਨਾਲ, ਉਹਨਾਂ ਪਰਿਵਾਰਾਂ ਦੇ ਨਾਲ ਇਹ ਅਨਿਆਏ ਕਿਉਂ ਉਹਨਾਂ ਨੂੰ ਇਗਨੋਰ ਕੀਤਾ ਗਿਆ ਹੈ, ਸਿਰਫ ਇਹ ਤਿੰਨਾਂ ਨੂੰ ਰੱਖਦੇ ਹੋਏ। ਤੁਸੀਂ ਜਿਵੇਂ ਪਹਿਲਾਂ ਕਿਹਾ, ਕੋਈ ਪਾਲਿਸੀ ਬਣਾਓ, ਸਾਰਿਆਂ ਨੂੰ ਇਕੁਅਲ ਓਪਰਚੁਨਿਟੀ ਦਿਓ, ਸਾਨੂੰ ਕੋਈ ਇਤਰਾਜ਼ ਨਹੀਂ ਹੋਏਗਾ। ਭਾਰਤੀ ਜਨਤਾ ਪਾਰਟੀ ਤੇ ਮੰਗ ਕਰਦੀ ਆਈ ਹੈ ਕਿ ਜਿੰਨੇ ਵੀ ਅੱਤਵਾਦ ਦੇ ਸ਼ਹੀਦ ਨੇ, ਉਹਨਾਂ ਦੇ ਪਰਿਵਾਰਾਂ ਨੂੰ ਸੰਭਾਲਣ ਦੀ ਲੋੜ ਹੈ। ਉਸ ਵੇਲੇ ਦੀ ਸਰਕਾਰਾਂ ਨੂੰ ਵੀ ਲੋੜ ਸੀਗੀ, ਹੁਣ ਵੀ ਅਸੀਂ ਕਹਿੰਦੇ ਹਾਂ ਕਿ ਅੱਤਵਾਦ ਦੇ ਪੀੜਿਤ ਲੋਕਾਂ ਨੂੰ ਜ਼ਰੂਰ ਸੰਭਾਲਣਾ ਚਾਹੀਦਾ ਹੈ, ਲੇਕਿਨ ਇਹ ਪਿਕ ਐਂਡ ਚੂਜ਼ ਨਹੀਂ ਚੱਲੇਗਾ। ਆਪਣੀ ਕੁਰਸੀ ਬਚਾਉਣ ਵਾਸਤੇ ਸੌਦੇਬਾਜ਼ੀ ਨਹੀਂ ਚੱਲੇਗੀ। ਇਸ ਕਰਕੇ ਕੈਪਟਨ ਸਾਹਿਬ, ਇਹਦੇ ਵਾਸਤੇ ਉਹ 30,000 ਦੇ ਕਰੀਬ ਜਿਹੜੇ ਪਰਿਵਾਰ ਨੇ ਜਿਨ੍ਹਾਂ ਨੇ ਅੱਤਵਾਦ ਸ਼ਹਾਦਤ ਦਿੱਤੀ, ਉਹਨਾਂ ਨੂੰ ਤੁਸੀਂ ਜਵਾਬ ਦਿਓ ਕਿ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀ ਕਦੋਂ ਦੇਵੋਗੇ। ਮੰਗ ਤੁਸੀਂ ਜਿਹੜੀ ਕਰਦੇ ਹੋ ਕਿ ਇਸ ਪੰਜਾਬ ਸਰਕਾਰ ਨੂੰ ਫੈਸਲਾ ਵਾਪਸ ਲੈਣਾ ਚਾਹੀਦਾ, ਜੇ ਫੈਸਲਾ ਵਾਪਸ ਨਹੀਂ ਹੁੰਦਾ ਤੇ ਤਦ ਬੀਜੇਪੀ ਪੰਜਾਬ ਦੀ ਕੀ ਰਣਨੀਤੀ ਰਹੇਗੀ ਆਉਣ ਵਾਲੇ ਦਿਨਾਂ 'ਚ? ਫਿਲਹਾਲ ਤੇ ਅਸੀਂ ਕੈਪਟਨ ਸਾਹਿਬ ਨੂੰ ਅਪੀਲ ਕਰਦੇ ਹਾਂ, ਉਮੀਦ ਕਰਦੇ ਹਾਂ ਕਿ ਬੈਟਰ ਸੈਂਸ ਪ੍ਰਵੇਲ ਕਰੇਗੀ ਔਰ ਕੈਪਟਨ ਸਾਹਿਬ ਇਹ ਪੂਰਨ ਰੂਪ ਦੇ ਵਿੱਚ ਜਿਹੜਾ ਅਸੰਵਿਧਾਨਿਕ ਔਰ ਅਲੋਕਤਾਂਤਰਿਕ ਅਨੈਤਿਕ ਫੈਸਲਾ ਜਿਹੜਾ ਇਸ ਸਰਕਾਰ ਨੇ ਕੀਤਾ ਹੈ, ਇਹ ਤੁਰੰਤ ਵਾਪਸ ਲਏਗੀ। ਔਰ ਜੇ ਨਹੀਂ ਵਾਪਸ ਲੈਂਦੀ ਤੇ ਵੀ ਵਿਲ ਫਿਊਚਰ ਚੌਕ ਆਊਟ ਕਰਾਂਗੇ। ਐਸਾ ਪ੍ਰੋਗਰਾਮ ਕੀ ਅਸੀਂ ਕਰਨਾ ਹੈਗਾ, ਪਾਰਟੀ ਸਤਰ ਤੇ ਅਸੀਂ ਤੈਅ ਕਰਾਂਗੇ। ਸ੍ਰੀ ਸਾਹਿਬ, ਤੁਸੀਂ ਵਿਰੋਧ ਤੇ ਕਰ ਰਹੇ ਹੋ ਪੰਜਾਬ ਸਰਕਾਰ ਦੀ ਜਿਹੜੀ ਸਰਕਾਰੀ ਨੌਕਰੀ ਲਿੱਤੀਆਂ, ਪਰ ਦੂਜੇ ਪਾਸੇ ਗੱਲ ਕਰੀਏ ਮਹਿੰਗਾਈ ਦਿਨੋਂ ਦਿਨ ਵੱਧਦੀ ਜਾ ਰਹੀ। ਪੈਟਰੋਲ ਜਿਹੜਾ ਵਾ 100 ਰੁਪਏ ਲੀਟਰ ਹੋਣ ਵਾਲਾ, ਸਰੋਂ ਦਾ ਤੇਲ 200 ਲੀਟਰ ਤੱਕ ਪਹੁੰਚ ਚੁੱਕਿਆ। ਤਰ੍ਹਾਂ ਕਰ ਰਿਹਾ, ਜਿਹੜਾ ਆਮ ਲੋਕ ਹੈ ਤਰ੍ਹਾਂ ਕਰ ਰਿਹਾ। ਉਸ ਦੇ ਲਈ ਬੀਜੇਪੀ ਕੀ ਕਰ ਰਹੀ ਹੈ? ਇਸ 'ਚ ਕੋਈ ਦੋ ਰਾਏ ਨਹੀਂ ਕਿ ਮਹਿੰਗਾਈ ਦੇ ਜਿਹੜੇ ਰੇਟ ਵਧੇ ਨੇ ਉਹ ਚਿੰਤਾ ਦਾ ਵਿਸ਼ਾ ਨੇ। ਉਹ ਅਸੀਂ ਉਮੀਦ ਕਰਦੇ ਹਾਂ ਕਿ ਪੰਜਾਬ ਸਰਕਾਰ ਹੋਵੇ ਜਾਂ ਕੇਂਦਰ ਸਰਕਾਰ ਹੋਵੇ, ਇੱਥੇ ਤੁਰੰਤ ਉਚਿਤ ਕਦਮ ਉਠਾਏ ਜਾਣੇ ਚਾਹੀਦੇ ਨੇ ਤਾਂ ਕਿ ਲੋਕਾਂ ਨੂੰ ਉਹਦੀ ਰਾਹਤ ਮਿਲ ਸਕੇ। ਮੇਰਾ ਆਖਰੀ ਸਵਾਲ ਕਿਸਾਨੀ ਮੁੱਦੇ ਨੂੰ ਲੈ ਕੇ ਹੀ ਆ। 6 ਮਹੀਨੇ ਤੋਂ ਬਾਅਦ ਦਾ ਸਮਾਂ ਹੋ ਚੁੱਕਾ, ਕਿਸਾਨ ਦਿਲ ਦੇ ਡਟੇ ਹੋਏ ਨੇ। ਹੁਣ ਤੁਹਾਡੇ ਜਿਹੜੇ ਆਪਣੇ ਵਿਰੋਧੀ ਨੇ, ਆਗੂ ਨੇ, ਬੀਜੇਪੀ ਆਗੂ, ਜੇ ਅਨਿਲ ਜੋਸ਼ੀ ਦੀ ਗੱਲ ਕਰੀ, ਉਹ ਵੀ ਹੁਣ ਕਿਸਾਨਾਂ ਦੀ ਹਮਾਇਤ ਹੀ ਕਰਦੇ ਹੋਏ ਨਜ਼ਰ ਆ ਰਹੇ ਨੇ। ਉਹਨਾਂ ਨੇ ਸਾਫ਼ ਕਹਿਤਾ ਜੇ ਕਿਸਾਨ ਨਹੀਂ ਮੰਨ ਰਹੇ ਤਦ ਕੇਂਦਰ ਸਰਕਾਰ ਨੂੰ ਜਿਹੜੇ ਬਿੱਲ ਰੱਦ ਕਰ ਦੇਣੇ ਚਾਹੀਦੇ। ਕਿਸ ਤਰ੍ਹਾਂ ਵੇਖਦੇ? ਦੇਖੋ, ਅਨਿਲ ਜੋਸ਼ੀ ਜੀ ਨੇ ਕੋਈ ਵੱਖਰੀ ਗੱਲ ਨਹੀਂ ਕਹੀ। ਮੈਂ ਇੱਕ ਗੱਲ ਬੜੀ ਕਲੀਅਰ ਕਰ ਦਿਆਂ ਕਿ ਭਾਰਤੀ ਜਨਤਾ ਪਾਰਟੀ ਕਿਸਾਨਾਂ ਦੀ ਪਾਰਟੀ ਹੈ, ਕਿਸਾਨ ਹਿਤੈਸ਼ੀ ਪਾਰਟੀ ਹੈ, ਔਰ ਇਹ ਜਿਹੜੇ ਕਾਨੂੰਨ ਲਿਆਂਦੇ ਗਏ ਨੇ ਕਿਸਾਨਾਂ ਦੇ ਹਿੱਤ 'ਚ ਲਿਆਂਦੇ ਗਏ ਨੇ। ਔਰ ਜਿੱਥੇ ਤੱਕ ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੇ ਹਰ ਇੱਕ ਕਾਰਜਕਰਤਾ ਦਾ ਇਹ ਕਹਿਣਾ ਹੈ, ਇਹ ਸਿਰਫ ਜੋਸ਼ੀ ਜੀ ਦਾ ਨਹੀਂ, ਅਸੀਂ ਸਾਡੇ ਸਾਰਿਆਂ ਦਾ ਕਹਿਣਾ ਹੈ ਕਿ ਇਹ ਸਮੱਸਿਆ ਦਾ ਜਿਹੜੀ ਕਿਸਾਨ ਦੀ ਜਿਹੜੀ ਇਸ਼ੂਜ਼ ਹੈਗੇ ਨੇ, ਇਹਨਾਂ ਨੂੰ ਜਲਦ ਤੋਂ ਜਲਦ ਹੱਲ ਕਰਨਾ ਚਾਹੀਦਾ। ਉਹਨਾਂ ਨੇ ਕੋਈ ਅਲੱਗ ਗੱਲ ਨਹੀਂ ਕਹੀ, ਕਹਿਣ ਦਾ ਤਰੀਕਾ ਡਿਫਰੈਂਟ ਹੋ ਸਕਦਾ ਹੈ। ਅਸੀਂ ਸਾਰੇ ਕਹਿੰਦੇ ਹਾਂ ਪੰਜਾਬ ਦੇ, ਔਰ ਕੇਂਦਰ ਦੀ ਮੋਦੀ ਸਰਕਾਰ ਵੀ ਇਸ ਸਮੱਸਿਆ ਦਾ ਹੱਲ ਜਲਦ ਤੋਂ ਜਲਦ ਕਰਨਾ ਚਾਹੁੰਦੀ ਹੈ। ਲੇਕਿਨ ਸਮੱਸਿਆ ਇਹ ਹੈ ਕਿ ਕਿਸਾਨ ਜਥੇਬੰਦੀਆਂ ਜਿਹੜੇ ਲੀਡਰ ਬੈਠੇ ਨੇ ਉੱਥੇ, ਉਹ ਯੈਸ-ਨੋ ਤੋਂ ਬਾਹਰ ਹੀ ਨਹੀਂ ਆਉਣ ਨੂੰ ਤਿਆਰ। ਮੇਰੀ ਉਹਨਾਂ ਨੂੰ ਤੁਹਾਡੇ ਮਾਧਿਅਮ ਦੇ ਨਾਲ ਅਪੀਲ ਹੈ ਕਿ ਯੈਸ-ਨੋ ਤੋਂ ਬਾਹਰ ਆਓ। ਕਿਸੇ ਵੀ ਗੱਲ ਦਾ ਜਿਹੜਾ ਕੋਈ ਪ੍ਰੋਬਲਮ ਹੋਵੇ ਉਹਦਾ ਹੱਲ ਵਾਰਤਾ ਨਾਲ ਹੁੰਦਾ, ਲੇਕਿਨ ਤੁਸੀਂ ਵਾਰਤਾ ਕਰਨ ਜਾਓ ਔਰ ਯੈਸ-ਨੋ ਦਾ ਬੋਰਡ ਲਗਾ ਕੇ ਸਾਹਮਣੇ ਬੈਠ ਜਾਓ ਤੇ ਗੱਲ ਕਿਵੇਂ, ਉਹਦਾ ਨਤੀਜਾ ਕਿਵੇਂ ਨਿਕਲੇਗਾ ਗੱਲਬਾਤ ਦਾ? ਸੋ ਮੇਰੀ ਬੇਨਤੀ ਹੈ ਕਿਸਾਨ ਜਥੇਬੰਦੀਆਂ ਨੂੰ ਕਿ ਭਾਰਤੀ ਜਨਤਾ ਪਾਰਟੀ ਤੁਹਾਡੀ ਆਪਣੀ ਪਾਰਟੀ ਹੈ, ਕਿਸਾਨ ਹਿਤੈਸ਼ੀ ਪਾਰਟੀ ਹੈ, ਤੁਹਾਡੇ ਹਿੱਤਾਂ ਲਈ ਜੇ ਕਾਨੂੰਨ ਲਿਆਂਦੇ ਨੇ, ਤੁਹਾਨੂੰ ਜੇ 'ਚ ਕੋਈ ਕਮੀ ਪੇਸ਼ੀ ਲੱਗਦੀ ਹੈ, ਸਰਕਾਰ ਨਾਲ ਬੈਠੋ, ਡਿਸਕਸ ਕਰੋ, ਔਰ ਸਾਡੀ ਸਰਕਾਰ ਤੁਹਾਡੀ ਹਰ ਜਾਇਜ਼ ਮੰਗ ਮੰਨਣ ਨੂੰ ਤਿਆਰ ਹੈ, ਖੁੱਲੇ ਮਨ ਨਾਲ ਗੱਲ ਕਰਨ ਨੂੰ ਤਿਆਰ ਹੈ। ਤੁਸੀਂ ਵੀ ਖੁੱਲੇ ਮਨ ਨਾਲ ਗੱਲ ਕਰੋ ਔਰ ਇਹ ਯੈਸ-ਨੋ ਦੇ ਗੇਟ 'ਚੋਂ ਬਾਹਰ ਆਓ। ਸ੍ਰੀ ਜੀ, ਪੂਰਵ ਮੰਤਰੀ ਅਨਿਲ ਜੋਸ਼ੀ ਦਾ ਵੀ ਬਿਆਨ ਆਇਆ ਸੀਗਾ ਕਿ 2022 ਇਲੈਕਸ਼ਨ ਆਉਣ ਵਾਲੇ ਆ, ਜੇ ਇਹੀ ਹਾਲ ਰਿਹਾ ਤਾਂ ਸਾਡਾ ਘਰੋਂ ਬਾਹਰ ਨਿਕਲਣਾ ਬਹੁਤ ਔਖਾ ਹੋ ਜਾਣਾ। ਇਹ ਬਿਆਨ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ? ਜਿੱਥੇ ਤੱਕ ਕਿਸਾਨਾਂ ਦਾ ਸਵਾਲ ਹੈ, ਕਿਸਾਨਾਂ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ। ਸਵਾਲ ਸਿਰਫ ਇਹ ਹੈ ਕਿ ਕਿਸਾਨੀ ਅੰਦੋਲਨ ਦੇ ਵਿੱਚ ਜਿਹੜੇ ਰਾਜਨੀਤਿਕ ਦਲ ਆਪਣੀਆਂ ਰਾਜਨੀਤਿਕ ਰੋਟੀਆਂ ਸੇਕ ਰਹੇ ਨੇ, ਸਮੱਸਿਆ ਉੱਥੇ ਹੈਗੀ। ਜੇ ਇਸ ਕਿਸਾਨੀ ਅੰਦੋਲਨ ਦੇ ਵਿੱਚ ਰਾਜਨੀਤਿਕ ਨਾ ਆਂਦੀ ਤੇ ਮੈਂ ਬੜੀ ਜ਼ਿੰਮੇਵਾਰੀ ਨਾਲ ਕਹਿ ਸਕਦਾ ਇਹ ਅੰਦੋਲਨ ਦੀ ਸਮੱਸਿਆ ਕਦੋਂ ਦੀ ਖਤਮ ਹੋ ਗਈ ਹੁੰਦੀ। ਲੇਕਿਨ ਰਾਜਨੀਤਿਕ ਪਾਰਟੀਆਂ ਜਿਹੜੀਆਂ ਉਹਦੇ ਪਿੱਛੇ ਲੱਗੀਆਂ ਹੋਈਆਂ ਨੇ, ਉਹ ਇਸ ਅੰਦੋਲਨ ਨੂੰ ਖਤਮ ਨਹੀਂ ਹੋਣ ਦੇਣਾ ਚਾਹੁੰਦੀਆਂ। ਔਰ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਵੀ ਕਰ ਰਹੇ ਨੇ, ਉਹ ਕਿਸਾਨ ਨਹੀਂ ਕਰ ਰਹੇ, ਕਿਸਾਨੀ ਝੰਡੇ ਫੜ ਕੇ ਰਾਜਨੀਤਿਕ ਪਾਰਟੀਆਂ ਦੇ ਲੋਕ ਕਰ ਰਹੇ ਨੇ। ਚਾਹੇ ਉਹ ਫਿਰੋਜ਼ਪੁਰ ਦੇ ਵਿੱਚ ਸੁਖਵਿੰਦਰ ਸਿੰਘ ਯੂਥ ਕਾਂਗਰਸ ਦਾ ਸੀਗਾ ਬੰਦਾ, ਔਰ ਉੱਥੇ ਦੀ ਬਲਾਕ ਸਮਿਤੀ ਦਾ ਚੇਅਰਮੈਨ ਸੀਗਾ,
ਚਾਹੇ ਆਪਣੇ ਮਲੋਟ ਦੇ ਵਿੱਚ ਜਿਹੜੇ ਸਾਡੇ ਅਰੁਣ ਨਾਰੰਗ ਨਾਲ ਬਦਤਮੀਜ਼ੀ ਕੀਤੀ ਗਈ, ਉਹਦੇ ਪਿੱਛੇ ਆਪ ਦਾ ਜ਼ਿੰਮੇਵਾਰ ਕਾਰਜਕਰਤਾ ਫੜਿਆ ਗਿਆ। ਸੋ ਇਸ ਨੂੰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਰਾਜਨੀਤੀ ਨਹੀਂ ਹੋ ਰਹੀ? ਮੈਂ ਤਾਂ ਇਹ ਕਹਿ ਰਿਹਾ, ਜਿਹੜਾ ਭਾਜਪਾ ਕਾਰਜਕਰਤਾਵਾਂ ਦਾ ਵਿਰੋਧ ਹੋ ਰਿਹਾ, ਉਹ ਰਾਜਨੀਤਿਕ ਦਲ ਕਿਸਾਨੀ ਝੰਡੇ ਦੀ ਆੜ ਦੇ ਵਿੱਚ ਇਹ ਆਪਣੇ ਭਾਜਪਾ ਦੇ ਵੱਧਦੇ ਗ੍ਰਾਫ ਤੋਂ ਘਬਰਾ ਕੇ ਇਸ ਤਰ੍ਹਾਂ ਦੀ ਹਰਕਤਾਂ ਕਰ ਰਹੇ ਨੇ। ਸਾਡਾ ਕਿਸਾਨ ਅਮਨ ਪਸੰਦ ਹੈ, ਸ਼ਾਂਤੀ ਪ੍ਰਿय ਹੈ, ਉਹਦੇ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਤਸ਼ੱਦਦ ਨਹੀਂ ਹੋ ਰਹੀ। ਸਰੀਰ ਸਾਹਿਬ, ਹੁਣ ਤੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਵੀ ਬਿਆਨ ਆ ਗਿਆ ਕਿ ਕਿਸੇ ਵੀ ਸਿਆਸੀ ਲੀਡਰ ਨੂੰ, ਕਿਸੇ ਵੀ ਸਿਆਸੀ ਪਾਰਟੀ ਦੇ ਆਗੂ ਨੂੰ ਨਾ ਹੀ ਪਿੰਡਾਂ ਵਿੱਚ ਆਉਣ ਦਿੱਤਾ ਜਾਵੇਗਾ, ਨਾ ਹੀ ਸ਼ਹਿਰਾਂ ਵਿੱਚ ਕੋਈ ਵੀ ਕੈਂਪੇਨਿੰਗ ਕੀਤੀ ਜਾਵੇਗੀ। ਤਾਂ ਤੁਸੀਂ ਇਸ ਪਾਸੇ ਕਹਿ ਰਹੇ ਹੋ ਕਿ ਇੱਕ ਰਾਜਨੀਤੀ ਦਾ ਹੀ ਕਰਕੇ ਜਿਹੜਾ ਵਾ ਧਰਨਾ ਪ੍ਰਦਰਸ਼ਨ ਚੱਲ ਰਿਹਾ, ਦੂਜੀ ਪਾਰਟੀਆਂ ਇਸ ਦੇ ਵਿੱਚ ਮਿਲੀ ਹੋਈਆਂ ਵਾ। ਤੁਹਾਨੂੰ ਇਸੇ ਵਿੱਚ ਹੀ ਤੁਹਾਡੇ ਪ੍ਰਸ਼ਨ ਦਾ ਜਵਾਬ ਹੈ। ਜਿਹੜੀ ਗੱਲ ਤੁਸੀਂ ਕਹੀ ਹੈ ਉਹਦੇ ਵਿੱਚ ਹੀ ਇਹਦਾ ਜਵਾਬ ਹੈ ਕਿ ਧਰਨਾ ਅਸੀਂ ਲਗਾ ਰਹੇ ਹਾਂ ਕਿਉਂਕਿ ਲੋਕਤੰਤਰ ਅਧਿਕਾਰ ਹੈ ਸਾਡਾ, ਤੇ ਦੂਸਰੇ ਦੇ ਲੋਕਤੰਤਰਿਕ ਅਧਿਕਾਰ ਦਾ ਅਸੀਂ ਹਨਨ ਕਰਨ ਨੂੰ ਤਿਆਰ ਬੈਠੇ ਹਾਂ। ਫਿਰ ਕਿਹੜਾ ਲੋਕਤੰਤਰ ਦੀ ਗੱਲ ਕਰਦੇ ਹੋ ਤੁਸੀਂ? ਨਹੀਂ, ਮੈਂ ਇਹੀ ਕਹਿ ਰਿਹਾ, ਮੈਂ ਫਿਰ ਇਹੀ ਕਹਿ ਰਿਹਾ, ਇਹਦੇ ਪਿੱਛੇ ਰਾਜਨੀਤੀ ਹੈ। ਭਾਰਤੀ ਜਨਤਾ ਪਾਰਟੀ ਦਾ ਵੱਧਦਾ ਗ੍ਰਾਫ ਇਹਨਾਂ ਦੀ ਚਿੰਤਾ ਦਾ ਵਿਸ਼ਾ ਹੈ। ਨਹੀਂ, ਉਹ ਇਹ ਕਹਿ ਰਹੇ ਨੇ ਕਿ ਇਸ ਕਰਕੇ ਜਿਹੜਾ ਵਾ ਜੇ ਕੋਈ ਵੀ ਸਿਆਸੀ ਲੀਡਰ ਪਿੰਡਾਂ ਤੇ ਆਏਗਾ ਤਾਂ ਉਹਨਾਂ ਦਾ ਧਿਆਨ ਭਟਕੇਗਾ ਹੋਰ ਕਿਸੇ ਮੁੱਦੇ ਵੱਲ, ਕਿਉਂਕਿ ਉਹਨਾਂ ਦਾ ਜਿਹੜਾ ਫਿਲਹਾਲ ਜੇ ਕਿਸਾਨਾਂ ਦਾ ਗੱਲ ਜਾਂ ਪਿੰਡ ਵਾਲਾ ਧਿਆਨ ਜਿਹੜਾ ਹੈਗਾ ਕਿਸਾਨੀ ਮੁੱਦੇ ਨੂੰ ਲੈ ਕੇ ਹੈ। ਕੇਂਦਰ ਸਰਕਾਰ ਦੇ ਖਿਲਾਫ ਉਹ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਕਿਉਂਕਿ ਜੋ ਬਿੱਲ ਪਾਸ ਕੀਤਾ ਗਿਆ ਉਸ ਦਾ ਵਿਰੋਧ ਕਰਕੇ ਕੀਤਾ ਜਾ ਰਿਹਾ। ਇਸ ਕਰਕੇ ਜਿਹੜਾ ਵਾ ਉਹ ਜਿਹੜੇ ਆਗਿਆ ਨਹੀਂ ਦੇ ਰਹੇ ਕਿਸੇ ਵੀ ਸਿਆਸੀ ਲੀਡਰ ਨੂੰ ਆਉਣ। ਮੇਰਾ ਤਾਂ ਸਿੱਧਾ ਸਰ ਪ੍ਰਸ਼ਨ ਹੈ, ਤੁਸੀਂ ਦਿੱਲੀ ਦੀਆਂ ਸੜਕਾਂ ਰੋਕ ਕੇ ਬੈਠੇ ਹੋ, ਦਿੱਲੀ ਦੇ ਬਾਰਡਰ ਰੋਕ ਕੇ ਬੈਠੇ ਹੋ, ਕਿਉਂ? ਕਿਉਂਕਿ ਤੁਹਾਡਾ ਲੋਕਤੰਤਰ ਪ੍ਰੋਟੈਸਟ ਕਰਨਾ ਤੁਹਾਡਾ ਲੋਕਤੰਤਰਿਕ ਅਧਿਕਾਰ ਹੈ। ਇਸੇ ਤਰੀਕੇ ਨਾਲ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਹੋਵੇ, ਚਾਹੇ ਬੀਜੇਪੀ ਹੋਵੇ ਚਾਹੇ ਕੋਈ ਹੋਵੇ, ਉਹਦਾ ਲੋਕਤੰਤਰਿਕ ਅਧਿਕਾਰ ਹੈ ਕਿ ਉਹ ਆਪਣੀ ਪਾਰਟੀ ਦਾ ਕੰਪੇਨ ਕਰ ਸਕੇ, ਆਪਣੇ ਲੋਕਾਂ ਨੂੰ ਮਿਲ ਸਕੇ, ਆਪਣੇ ਪਿੰਡਾਂ ਸ਼ਹਿਰਾਂ ਜਿੱਥੇ ਵੀ ਜਾਣਾ ਚਾਹਵੇ ਉਹ ਜਾ ਕੇ ਆਪਣਾ ਉਹਦਾ ਅਧਿਕਾਰ ਨਹੀਂਗਾ? ਤੁਹਾਡਾ ਅਧਿਕਾਰ ਦਾ ਅਧਿਕਾਰ ਹੈ ਔਰ ਬਾਕੀ ਪੋਲੀਟੀਕਲ ਪਾਰਟੀ ਦਾ ਅਧਿਕਾਰ ਨਹੀਂਗਾ। ਸੋ ਇਸ ਤਰ੍ਹਾਂ ਦੇ ਕੰਮ ਨਹੀਂ ਚੱਲਣਗੇ। ਲੋਕਤੰਤਰ ਸਾਰਿਆਂ ਵਾਸਤੇ ਹੈ। ਜੇ ਜਥੇਬੰਦੀਆਂ ਵਾਸਤੇ ਹੈਗਾ ਕਿ ਪ੍ਰੋਟੈਸਟ ਕਰਨਾ ਉਹਦਾ ਲੋਕਤੰਤਰਿਕ ਅਧਿਕਾਰ ਹੈ, ਅਸੀਂ ਸਤਿਕਾਰ ਕਰਦੇ ਹਾਂ, ਹਰ ਇੱਕ ਦਾ ਅਧਿਕਾਰ, ਤੇ ਤੁਸੀਂ ਦੂਸਰਿਆਂ ਦੇ ਅਧਿਕਾਰਾਂ ਦਾ ਹਨਨ ਨਹੀਂ ਕਰ ਸਕਦੇ। ਬਿਲਕੁਲ ਜੀ, ਐਸੇ ਕਿ ਸਾਡੇ ਨਾਲ ਪੰਜਾਬ ਬੀਜੇਪੀ ਦੇ ਮੁੱਖ ਬੁਲਾਰਾ ਅਨਿਲ ਸਿੰਘ ਜੀ, ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ। ਉਹਨਾਂ ਵੱਲੋਂ ਪੂਰੇ ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਇਲਾਕੇ ਵਿੱਚ ਪੋਸਟਰ ਲਾਏ ਗਏ ਨੇ ਜੋ ਵੀ ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀ ਦਿੱਤੀਆਂ ਗਈਆਂ ਵਿਧਾਇਕ ਦੇ ਪੁੱਤਰਾਂ ਨੂੰ, ਉਸ ਤੇ ਇੱਥੇ ਪੋਸਟਰ ਲੈ ਕੇ ਨੇ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ। ਦੂਜੇ ਪਾਸੇ ਜੇ ਗੱਲ ਕਰੀਏ ਕਿਸਾਨ ਮੁੱਦੇ ਨੂੰ ਲੈ ਕੇ ਤਾਂ ਤਦ ਵੀ ਉਹਨਾਂ ਨੇ ਕਿਹਾ ਕਿ ਜਿਹੜਾ ਬੀਜੇਪੀ ਪਾਰਟੀ ਹੈ ਕਿਸਾਨ ਹਿਮਾਇਤ ਪਾਰਟੀ ਆ, ਪਰ ਜਿਹੜੇ ਕਿਸਾਨਾਂ ਨੂੰ ਯੈਸ ਔਰ ਨੋ ਦੇ ਪ੍ਰੋਪੇਗੈਂਡਾ ਤੋਂ ਬਾਹਰ ਆਉਣਾ ਚਾਹੀਦਾ, ਕਿਉਂਕਿ ਮੀਟਿੰਗ ਵਿੱਚ ਯੈਸ ਔਰ ਨੋ ਤੋਂ ਹੀ ਜਿਹੜਾ ਪ੍ਰੋਪੇਗੈਂਡਾ ਲੈ ਕੇ ਕਿਸਾਨਾਂ ਦੇ ਤਦ ਤੱਕ ਉਹ ਹੱਲ ਨਹੀਂ ਹੋਣਾ। ਕਿਸਾਨ ਜੇ ਯੈਸ ਔਰ ਨੋ ਤੋਂ ਬਾਹਰ ਆਉਣਗੇ ਤਦ ਹੀ ਕਿਸਾਨੀ ਮੁੱਦਾ ਜਿਹੜਾ ਹੱਲ ਹੋਣਾ। ਦੂਜੇ ਪਾਸੇ ਜੇ ਗੱਲ ਕਰੀਏ ਮਹਿੰਗਾਈ ਨੂੰ ਲੈ ਕੇ ਵੀ ਉਹਨਾਂ ਨੇ ਕਿਹਾ ਕਿ ਕੁਛ ਨਾ ਕੁਛ ਕੇਂਦਰ ਸਰਕਾਰ ਨੂੰ ਕਰਨਾ ਚਾਹੀਦਾ ਤਾਂ ਕਿ ਜਿਹੜਾ ਮਹਿੰਗਾਈ ਵੀ ਘੱਟ ਸਕੇ। ਕੈਮਰਾਮੈਨ ਜੱਗੇ ਦੇ ਨਾਲ ਪਰੇਸ਼ ਸ਼ਰਮਾ, ਦ ਸਬਰ ਨਿਊਜ਼ ਲੁਧਿਆਣਾ। ਵਧੇਰੀ ਜਾਣਕਾਰੀ ਲਈ ਲਾਈਕ ਕਰੋ ਸਾਡੇ ਫੇਸਬੁੱਕ ਪੇਜ ਨੂੰ ਤੇ ਸਬਸਕ੍ਰਾਈਬ ਕਰੋ YouTube ਚੈਨਲ ਨੂੰ ਤੇ Instagram ਨੂੰ ਫੋਲੋ ਕਰਨਾ ਨਾ ਭੁੱਲਿਓ।